Hello dear students, myself Parjinder Kaur, Vocational Mistress, Government Senior Secondary School Ratol, Technology and E-Commerce Part 2nd ਦਾ ਅਗਲਾ topic email is the meaning, advantages, disadvantages, anatomy of email and opening an email account। ਇਹ ਸਾਰਾ ਕੁਝ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਟੱਡੀ ਕਰਾਂਗੇ। ਜਿਹੜਾ ਸਾਡਾ ਸਿਲੇਬਸ ਹੈ ਇਸ ਦਾ ਸੈਕੰਡ ਯੂਨਿਟ ਭਾਵ ਇੰਟਰਨੈਟ ਟੂਲਸ ਤੇ ਜਿਹੜੇ ਵੀ ਟੌਪਿਕ ਮੈਂ ਗ੍ਰੀਨ ਦੇ ਵਿੱਚ ਟਿਕ ਕੀਤੇ ਆ ਇਹ ਸਾਰੇ ਟੌਪਿਕ ਅੱਜ ਅਸੀਂ ਇਸ ਵੀਡੀਓ ਵਿੱਚ ਸਟੱਡੀ ਕਰਾਂਗੇ। ਤਾਂ ਚਲਦੇ ਹਾਂ ਅਸੀਂ ਆਪਣੀ ਵੀਡੀਓ ਵੱਲ। ਸਭ ਤੋਂ ਪਹਿਲਾਂ ਮੀਨਿੰਗ ਆਫ ਈਮੇਲ। ਈਮੇਲ ਦਾ ਮੀਨਿੰਗ ਕੀ ਹੁੰਦਾ ਹੈ, ਈਮੇਲ ਕਿਸ ਨੂੰ ਕਹਿੰਦੇ ਆ। ਦੇਖੋ ਮੇਲ ਤੋਂ ਸਾਨੂੰ ਪਤਾ ਹੈ ਕਿ ਮੇਲ ਕੀ ਹੁੰਦੀ ਹੈ, ਕੋਈ ਵੀ ਚਿੱਠੀ ਕੋਈ ਵੀ ਲੈਟਰ ਜਿਹੜੀ ਕਿ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਸੰਦੇਸ਼ ਭੇਜਣ ਵਾਸਤੇ ਇਸਤੇਮਾਲ ਕਰਦੇ ਹਾਂ। ਟ੍ਰੈਡੀਸ਼ਨਲ ਤਰੀਕੇ ਦੇ ਵਿੱਚ ਅਸੀਂ ਲੈਟਰ ਪੇਪਰ ਦੇ ਉੱਤੇ ਲਿਖ ਕੇ ਇੱਕ ਦੂਜੇ ਨੂੰ ਭੇਜਦੇ ਸੀ। ਸੋ ਉਸੇ ਚੀਜ਼ ਨੂੰ ਜਦੋਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੇਜਿਆ ਜਾਂਦਾ ਹੈ ਅਤੇ ਉਸਨੂੰ ਈਮੇਲ ਕਿਹਾ ਜਾਂਦਾ ਹੈ। ਈਮੇਲ ਜਿਹੜਾ ਹੈ ਉਹ ਅੱਜ ਦੇ ਸਮੇਂ ਵਿੱਚ ਮੈਸੇਜ ਭੇਜਣ ਲਈ ਇਸਤੇਮਾਲ ਹੋਣ ਵਾਲੀ ਸਭ ਤੋਂ ਵੱਧ ਤੇਜ਼ ਤਕਨੀਕ ਹੈਗੀ ਹੈ। ਸੋ ਈਮੇਲ ਦਾ ਮੀਨਿੰਗ ਕੀ ਹੋਇਆ, ਈਮੇਲ ਇੱਕ ਇਲੈਕਟ੍ਰੋਨਿਕ ਮੇਲ ਹੈਗੀ ਹੈ ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਸੰਦੇਸ਼ ਅਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਸ ਦੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਭਾਵੇਂ ਉਹ ਆਡੀਓ ਹੈ, ਵੀਡੀਓ ਹੈ, ਕੋਈ ਟੈਕਸਟ ਮੈਸੇਜ ਹੈ ਜਾਂ ਕੋਈ ਫਾਈਲ ਹੈਗੀ ਹੈ, ਉਸ ਨੂੰ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਭੇਜ ਸਕਦੇ ਹਾਂ। ਠੀਕ ਹੈ, ਸੋ ਇਸ ਦੇ ਵਿੱਚ ਦੋ ਜਣੇ ਇਨਵੋਲਵ ਹੁੰਦੇ ਆ, ਦੋ ਯੂਜ਼ਰਸ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਈਮੇਲ ਦੇ ਵਿੱਚ ਜਦੋਂ ਅਸੀਂ ਈਮੇਲ ਭੇਜਦੇ ਹੈਗੇ ਆ ਤਾਂ ਸਭ ਤੋਂ ਦੋ ਚੀਜ਼ਾਂ ਜਿਹੜੀਆਂ ਸਾਨੂੰ ਜ਼ਰੂਰੀ ਚਾਹੀਦੀਆਂ ਹੁੰਦੀਆਂ ਉਹ ਪਹਿਲੀ ਤਾਂ ਹੈਗੀ ਆ ਈਮੇਲ ਐਡਰੈਸ। ਠੀਕ ਹੈ, ਪਤਾ ਹੋਊਗਾ ਫਿਰ ਹੀ ਅਸੀਂ ਕਿਸੇ ਨੂੰ ਮੇਲ ਭੇਜ ਸਕਦੇ ਹਾਂ, ਕਿਉਂਕਿ ਵੇਖੋ ਜਿਹੜੀ ਪਹਿਲੀ ਅਸੀਂ ਲੈਟਰ ਭੇਜਦੇ ਹੁੰਦੇ ਸੀ ਟ੍ਰੈਡੀਸ਼ਨਲ ਤਰੀਕੇ ਦੇ ਨਾਲ, ਉਹਦੇ ਵਿੱਚ ਵੀ ਜਦੋਂ ਐਡਰੈਸ ਕਿਸੇ ਦੇ ਕੋਲ ਹੋਊਗਾ ਅਸੀਂ ਫਿਰ ਹੀ ਉਸ ਨੂੰ ਉਹ ਲੈਟਰ ਸੈਂਡ ਕਰ ਸਕਦੇ ਹਾਂ। ਐਂਡ ਸੇਮ ਇਜ਼ ਦ ਕੇਸ ਵਿਦ ਈਮੇਲ ਆਲਸੋ। ਈਮੇਲ ਭੇਜਣ ਲਈ ਵੀ ਸਾਡੇ ਕੋਲ ਈਮੇਲ ਐਡਰੈਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਦੂਸਰੀ ਮੇਨ ਚੀਜ਼ ਇਹਦੇ ਵਿੱਚ ਕੀ ਹੈ ਕਿ ਦੋ ਯੂਜ਼ਰਸ ਹੁੰਦੇ ਆ, ਇੱਕ ਉਹ ਜਿਹੜਾ ਕਿ ਮੇਲ ਸੈਂਡ ਕਰ ਰਿਹਾ ਹੈ ਅਤੇ ਦੂਸਰਾ ਉਹ ਜਿਹੜਾ ਮੇਲ ਨੂੰ ਰਿਸੀਵ ਕਰ ਰਿਹਾ ਜਿਸ ਨੂੰ ਅਸੀਂ ਪ੍ਰਾਪਤਕਰਤਾ ਕਹਿੰਦੇ। ਅਤੇ ਦੋਵਾਂ ਦਾ ਈਮੇਲ ਅਕਾਊਂਟ ਹੋਣਾ ਬਹੁਤ ਜ਼ਰੂਰੀ ਹੈ, ਦੋਵਾਂ ਦੇ ਕੋਲ ਈਮੇਲ ਐਡਰੈਸ ਹੋਣਾ ਬਹੁਤ ਜ਼ਰੂਰੀ ਹੈ। ਹੁਣ ਅਸੀਂ ਪੜ੍ਹਾਂਗੇ ਕਿ ਈਮੇਲ ਦੀਆਂ ਕੀ ਐਡਵਾਂਟੇਜਿਸ ਆ, ਕੀ ਫਾਇਦੇ ਹੈਗੇ ਆ ਈਮੇਲ ਦੇ। ਸਭ ਤੋਂ ਪਹਿਲਾ ਫਾਇਦਾ ਈਮੇਲ ਦਾ ਇਹ ਹੈ ਕਿ ਇਹ ਬਹੁਤ ਫਾਸਟ ਟੈਕਨੀਕ ਹੈਗੀ ਹੈ। ਈਮੇਲ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਸੰਦੇਸ਼ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਵਿੱਚ ਭੇਜਿਆ ਜਾਂਦਾ ਹੈ। ਕੁਝ ਹੀ ਸੈਕਿੰਡਸ ਦੇ ਵਿੱਚ ਅਸੀਂ ਜਿਹੜਾ ਵੀ ਮੈਸੇਜ ਹੈ ਉਸਨੂੰ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਵੀ ਭੇਜ ਸਕਦੇ ਹਾਂ। ਦੂਸਰਾ ਜਿਹੜਾ ਇਸ ਦਾ ਬੈਨੀਫਿਟ ਹੈ ਦੈਟ ਇਟ ਇਜ਼ ਵੈਰੀ ਚੀਪ। ਇਹ ਬਹੁਤ ਹੀ ਸਸਤੀ ਤਕਨੀਕ ਹੈ ਜਿਸ ਦੇ ਰਾਹੀਂ ਅਸੀਂ ਸੰਦੇਸ਼ ਨੂੰ ਭੇਜ ਸਕਦੇ ਹਾਂ। ਜਦੋਂ ਅਸੀਂ ਇੰਟਰਨੈਟ ਕਨੈਕਸ਼ਨ ਲੈ ਲੈਂਦੇ ਹਾਂ ਉਸ ਦੇ ਜਿਹੜੇ ਵੀ ਚਾਰਜਿਸ ਅਸੀਂ ਪੇ ਕਰ ਦਿੰਦੇ ਹਾਂ, ਉਸ ਤੋਂ ਬਾਅਦ ਦੇ ਵਿੱਚ ਕੋਈ ਲਿਮਿਟ ਨਹੀਂ ਹੈ ਕਿ ਅਸੀਂ ਕਿੰਨੀਆਂ ਕੁ ਮੇਲ ਕਰਨੀਆਂ ਹੈ। ਅਨਲਿਮਿਟਿਡ ਮੇਲਸ ਅਸੀਂ ਸੈਂਡ ਕਰ ਸਕਦੇ ਹਾਂ ਵਿਦਾਊਟ ਐਨੀ ਐਡੀਸ਼ਨਲ ਕੋਸਟ। ਥਰਡ ਬੈਨੀਫਿਟ ਆਫ ਈਮੇਲ ਇਜ਼ ਕਿ ਇਹ ਜਿਹੜੀ ਸਰਵਿਸ ਹੈ ਇਹ ਸਾਨੂੰ 24 ਆਵਰਸ ਅਵੇਲੇਬਲ ਹੁੰਦੀ ਹੈ। ਜਦੋਂ ਮਰਜ਼ੀ ਸਾਡਾ ਦਿਲ ਕਰਦਾ ਹੈ ਅਸੀਂ ਕਿਸੇ ਨੂੰ ਮੇਲ ਭੇਜਣੀ ਹੈ, ਅਸੀਂ ਜਦੋਂ ਮਰਜ਼ੀ ਇਸ ਤਕਨੀਕ ਦਾ ਫਾਇਦਾ ਲੈ ਸਕਦੇ ਹਾਂ। ਕਿਸੇ ਵੀ ਸਮੇਂ ਇਸ ਦਾ ਕੋਈ ਲਿਮਿਟਿਡ ਟਾਈਮ ਨਹੀਂ ਹੈ ਕਿ ਅਸੀਂ ਕਦੋਂ ਮੇਲ ਨੂੰ ਭੇਜ ਸਕਦੇ ਹਾਂ। ਨੈਕਸਟ ਬੈਨੀਫਿਟ ਇਜ਼ ਦੈਟ ਇਟ ਕੈਨ ਬੀ ਯੂਜ਼ਡ ਐਨੀਵੇਅਰ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਇਸ ਨੂੰ ਅਸੀਂ ਕਿਸੇ ਵੀ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਭੇਜ ਸਕਦੇ ਹਾਂ। ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਵਿਅਕਤੀ ਇਸ ਦਾ ਇਸਤੇਮਾਲ ਕਰ ਸਕਦਾ ਹੈ, ਚਾਹੇ ਕੋਈ ਘਰ ਵਿੱਚ ਇਸਤੇਮਾਲ ਕਰ ਰਿਹਾ ਹੈ ਜਾਂ ਕਿਸੇ ਆਫਿਸ ਦੇ ਵਿੱਚ ਇਸਤੇਮਾਲ ਕਰ ਰਿਹਾ ਹੈ, ਹਰ ਵਿਅਕਤੀ ਇਸ ਨੂੰ ਇਸਤੇਮਾਲ ਕਰ ਸਕਦਾ ਹੈ। ਸੋ ਨੈਕਸਟ ਪੁਆਇੰਟ ਜਿਹੜਾ ਉਹ ਵੀ ਥੋੜ੍ਹਾ ਜਿਹਾ ਰਿਲੇਟਡ ਪੁਆਇੰਟ ਹੀ ਹੈ ਵੈਸੇ, ਕਿ ਯੂਜ਼ਡ ਬਾਈ ਸੈਵਰਲ ਪੀਪਲ। ਬਹੁਤ ਸਾਰੇ ਲੋਕਾਂ ਵੱਲੋਂ ਵੀ ਈਮੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਚਾਹੇ ਉਹ ਕੋਈ ਘਰੇ ਰਹਿਣ ਵਾਲਾ ਵਿਅਕਤੀ ਹੈ, ਕੋਈ ਹਾਊਸ ਵਾਈਫ ਹੈ ਜਾਂ ਕੋਈ ਪਰਸਨ ਜਿਹੜਾ ਘਰੇ ਹੀ ਰਹਿੰਦਾ ਹੈਗਾ ਹੈ, ਜਾਂ ਫਿਰ ਕੋਈ ਕੰਮ ਕਰ ਰਿਹਾ ਹੈ, ਠੀਕ ਹੈ, ਕੋਈ ਆਫਿਸ ਜਾ ਰਿਹਾ ਹੈ, ਜਾਂ ਕੋਈ ਵਿਦਿਆਰਥੀ ਲੈ ਲਓ ਤੁਸੀਂ। ਸੋ ਕੋਈ ਵੀ ਵਿਅਕਤੀ ਜਿਹੜਾ ਹੈਗਾ ਹੈ ਉਹ ਇਸ ਦਾ ਇਸਤੇਮਾਲ ਕਰ ਸਕਦਾ ਹੈ ਅਤੇ ਮੇਲ ਨੂੰ ਸੈਂਡ ਕਰ ਸਕਦਾ ਹੈ। ਸੋ ਨੈਕਸਟ ਜਿਹੜਾ ਇਹਦਾ ਬੈਨੀਫਿਟ ਹੈਗਾ ਹੈ ਦੈਟ ਇਜ਼ ਅਟੈਚਮੈਂਟਸ ਕੈਨ ਬੀ ਸੈਂਡ। ਜਿਹੜਾ ਪਹਿਲਾਂ ਅਸੀਂ ਇੱਕ ਦੂਜੇ ਨੂੰ ਲੈਟਰ ਲਿਖਦੇ ਸੀ ਉਸ ਦੇ ਵਿੱਚ ਕੀ ਅਸੀਂ ਸਿਰਫ ਲੈਟਰ ਹੀ ਲਿਖ ਸਕਦੇ ਸੀਗੇ। ਠੀਕ ਹੈ, ਜ਼ਿਆਦਾ ਤੋਂ ਜ਼ਿਆਦਾ ਅਸੀਂ ਕਿਸੇ ਨੂੰ ਇਮੇਜ ਸੈਂਡ ਕਰ ਸਕਦੇ ਸੀ, ਉਸ ਦੀ ਫੋਟੋ ਭੇਜ ਸਕਦੇ ਸੀ। ਬਟ ਈਮੇਲ ਦੇ ਰਾਹੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਅਟੈਚਮੈਂਟ ਜਿਹੜੀ ਹੈ
ਉਹ ਭੇਜ ਸਕਦੇ ਹਾਂ। ਆਡੀਓ ਵੀ ਹੋ ਸਕਦੀ ਹੈ, ਵੀਡੀਓ ਵੀ ਹੋ ਸਕਦੀ ਹੈ, ਕੋਈ ਫਾਈਲ ਹੈ ਕਿਸੇ ਵੀ ਤਰ੍ਹਾਂ ਦੀ, ਕੋਈ ਵਰਡ ਫਾਈਲ, ਐਕਸਲ ਫਾਈਲ ਹੈ, ਹਰ ਤਰ੍ਹਾਂ ਦੀ ਅਟੈਚਮੈਂਟ ਅਸੀਂ ਈਮੇਲ ਦੇ ਨਾਲ ਸੈਂਡ ਕਰ ਸਕਦੇ ਹਾਂ। ਨੈਕਸਟ ਬੈਨੀਫਿਟ ਦੈਟ ਇਟ ਇਜ਼ ਵੈਰੀ ਈਜ਼ੀ ਟੂ ਯੂਜ਼, ਇਸ ਨੂੰ ਇਸਤੇਮਾਲ ਕਰਨਾ ਬਹੁਤ ਆਸਾਨ ਹੈਗਾ ਹੈ। ਕੋਈ ਵੀ ਵਿਅਕਤੀ ਈਮੇਲ ਨੂੰ ਬਹੁਤ ਹੀ ਆਸਾਨੀ ਦੇ ਨਾਲ ਇਸਤੇਮਾਲ ਕਰ ਸਕਦਾ ਹੈ। ਇਸ ਨੂੰ ਯੂਜ਼ ਕਰਨ ਵਿੱਚ ਕੋਈ ਵੀ ਮੇਜਰ ਹਰਡਲ ਨਹੀਂ ਹੈਗਾ। ਦੈਨ ਲਾਸਟ ਬੈਨੀਫਿਟ ਜਿਹੜਾ ਹੈਗਾ ਦੈਟ ਇਜ਼ ਪੇਪਰਲੈਸ ਮੈਸੇਜ। ਇਸ ਦੇ ਵਿੱਚ ਕਾਗਜ਼ ਦੀ ਬਿਲਕੁਲ ਵੀ ਵਰਤੋਂ ਨਹੀਂ ਕੀਤੀ ਜਾਂਦੀ। ਜੋ ਵੀ ਮੇਲ ਹੈਗੀ ਆ ਉਹ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਇੱਕ ਪੀਸੀ ਤੋਂ ਦੂਸਰੇ ਪੀਸੀ ਦੀ ਜਾਂ ਕੋਈ ਵੀ ਇਲੈਕਟ੍ਰੋਨਿਕ ਡਿਵਾਈਸ, ਚਾਹੇ ਉਹ ਮੋਬਾਈਲ ਹੀ ਹੈ ਤੁਹਾਡਾ, ਇੱਕ ਮੋਬਾਈਲ ਤੋਂ ਦੂਸਰੇ ਮੋਬਾਈਲ 'ਤੇ ਅਸੀਂ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੇਜਦੇ ਹਾਂ। ਅਤੇ ਪੇਪਰ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਹੁੰਦਾ ਅਤੇ ਪੇਪਰ ਦੀ ਵੇਸਟੇਜ ਵੀ ਬਿਲਕੁਲ ਨਹੀਂ ਹੁੰਦੀ। ਸੋ ਇਹ ਕੁਛ ਐਡਵਾਂਟੇਜਿਸ ਸੀਗੇ ਈਮੇਲ ਦੀਆਂ। ਹੁਣ ਐਡਵਾਂਟੇਜਿਸ ਤਾਂ ਹੈਗੀਆਂ, ਇਸ ਦੇ ਨਾਲ ਨਾਲ ਕੁਛ ਇੱਕ ਆਧ ਡਿਸਐਡਵਾਂਟੇਜਿਸ ਵੀ ਹੈ ਜਿਨ੍ਹਾਂ ਨੂੰ ਵੀ ਸਟੱਡੀ ਕਰਨਾ ਸਾਡੇ ਲਈ ਕਾਫੀ ਜ਼ਰੂਰੀ ਹੈ। ਇੱਕ ਵਾਰੀ ਅਸੀਂ ਉਹਨਾਂ 'ਤੇ ਵੀ ਨਜ਼ਰ ਮਾਰਦੇ ਹਾਂ। ਡਿਸਐਡਵਾਂਟੇਜਿਸ ਕੀ ਹੈ ਈਮੇਲ ਦੀਆਂ? ਸਭ ਤੋਂ ਪਹਿਲੀ ਜਿਹੜੀ ਡਿਸਐਡਵਾਂਟੇਜ ਇਹ ਹੈਗੀ ਹੈ ਕਿ ਪ੍ਰਾਪਤ ਕਰਨ ਵਾਲੇ ਕੋਲ ਇੰਟਰਨੈਟ ਦਾ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਵੇਖੋ, ਇਸ ਨੂੰ ਅਸੀਂ ਡਿਸਐਡਵਾਂਟੇਜ ਤੇ ਨਹੀਂ ਗਿਣ ਸਕਦੇ, ਪਰ ਫਿਰ ਵੀ ਅਸੀਂ ਕੁਝ ਹੱਦ ਤੱਕ ਇਹ ਕਹਿ ਸਕਦੇ ਕਿ ਜੇ ਇੰਟਰਨੈਟ ਕਨੈਕਸ਼ਨ ਅਵੇਲੇਬਲ ਨਹੀਂ ਹੈ ਜਿਹੜਾ ਪ੍ਰਾਪਤ ਕਰਤਾ ਹੈ, ਤੇ ਉਸ ਤੇ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਉਹ ਮੇਲ ਜੇ ਉਹਦੇ ਕੋਲ ਆ ਜਾਂਦੀ ਉਸ ਨੂੰ ਨਹੀਂ ਪਤਾ ਲੱਗੂਗਾ ਤੇ ਉਸ ਨੂੰ ਰੀਡ ਆਊਟ ਨਹੀਂ ਕਰ ਸਕਦਾ। ਨੈਕਸਟ ਜਿਹੜਾ ਹੈਗਾ ਹੈ ਕਿ ਈਮੇਲ ਜਿਹੜੀ ਹੈ ਜਿਹੜਾ ਸੈਂਡਰ ਉਸ ਨੂੰ ਸੈਂਡ ਕਰ ਰਿਹਾ ਹੈ, ਪਰ ਇਸ ਦੀ ਕੋਈ ਗਾਰੰਟੀ ਨਹੀਂ ਕਿ ਜਿਸ ਦੇ ਕੋਲੋਂ ਮੇਲ ਜਾ ਰਹੀ ਹੈ ਉਸ ਨੂੰ ਪੜੂਗਾ ਜਾਂ ਨਹੀਂ ਪੜੂਗਾ। ਪਰ ਇਹ ਜਿਹੜੀ ਡਿਸਐਡਵਾਂਟੇਜ ਹੈ ਇਹ ਦੂਸਰੀ ਮੇਲ 'ਤੇ ਵੀ ਲਾਗੂ ਹੁੰਦੀ ਹੈ, ਕਿਉਂਕਿ ਅਸੀਂ ਮੇਲ ਭਾਵੇਂ ਭੇਜ ਦਿੰਦੇ ਹਾਂ, ਸਾਨੂੰ ਨਹੀਂ ਪਤਾ ਕਿ ਜਿਹਨੂੰ ਅਸੀਂ ਸੈਂਡ ਕਰ ਰਹੇ ਹਾਂ ਉਹ ਸਾਡੇ ਮੈਸੇਜ ਨੂੰ ਰੀਡ ਕਰੂਗਾ ਜਾਂ ਨਹੀਂ ਕਰੂਗਾ। ਥਰਡ ਜਿਹੜਾ ਪੁਆਇੰਟ ਹੈਗਾ ਹੈ ਕਿ ਕੰਪਿਊਟਰ ਵਿੱਚ ਵਾਇਰਸ ਆਉਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ ਐਂਡ ਦਿਸ ਇਜ਼ ਦ ਮੇਜਰ ਡਿਸਐਡਵਾਂਟੇਜ, ਕਿਉਂਕਿ ਜਦੋਂ ਵੀ ਅਸੀਂ ਕੋਈ ਮੇਲ ਇਸ ਤਰੀਕੇ ਦੀ ਪ੍ਰਾਪਤ ਕਰਦੇ ਹਾਂ ਜਿਹਦੇ ਨਾਲ ਕੋਈ ਵਾਇਰਸ ਸਾਡੇ ਪੀਸੀ 'ਚ ਆ ਜਾਂਦਾ ਹੈ ਅਤੇ ਉਹਦੇ ਨਾਲ ਸਾਡੇ ਸਾਰੇ ਪੀਸੀ ਨੂੰ, ਬਾਕੀ ਸਾਰੀਆਂ ਫਾਈਲਸ ਨੂੰ ਵੀ ਕਾਫੀ ਜ਼ਿਆਦਾ ਖਤਰਾ ਬਣ ਜਾਂਦਾ ਹੈ। ਦੈਨ ਨੈਕਸਟ ਇਜ਼ ਕਿ ਆਈਡੈਂਟਿਟੀ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ। ਬਿਲਕੁਲ ਜਿਹੜਾ ਸੈਂਡਰ ਹੈਗਾ ਹੈ ਉਸਦੀ ਆਈਡੈਂਟਿਟੀ ਵੀ ਇਹਦੇ ਨਾਲ ਚੋਰੀ ਹੋਣ ਦਾ ਕਾਫੀ ਰਿਸਕ ਰਹਿੰਦਾ ਹੈ। ਜੋ ਕ੍ਰਾਈਮ, ਸਾਈਬਰ ਕ੍ਰਾਈਮ ਵਗੈਰਾ ਹੁੰਦੇ ਆ ਉਸ ਦੇ ਵਿੱਚ ਈਮੇਲ ਜਿਹੜਾ ਇੱਕ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਇਸ ਤਰੀਕੇ ਦੀਆਂ ਘਟਨਾਵਾਂ ਵਾਸਤੇ। ਨੈਕਸਟ ਹੈਗਾ ਹੈ ਕਿ ਝੂਠੀਆਂ ਈਮੇਲ ਕਾਰਨ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਖਤਰਾ ਰਹਿੰਦਾ ਹੈ। ਕਈ ਵਾਰ ਸਾਡੇ ਕੋਲ ਇਸ ਤਰੀਕੇ ਦੀਆਂ ਮੇਲਸ ਆ ਜਾਂਦੀਆਂ ਜਿਹੜੀਆਂ ਸਾਡੇ ਤੋਂ ਡਿਟੇਲ ਮੰਗਦੀਆਂ, ਸਾਨੂੰ ਨਹੀਂ ਪਤਾ ਹੁੰਦਾ ਕਿ ਉਹ ਮੇਲ ਆਥੈਂਟਿਕ ਹੈ ਜਾਂ ਨਹੀਂ ਹੈ, ਸਾਨੂੰ ਆਨਸਰ ਦੇਣਾ ਚਾਹੀਦਾ ਹੈ ਕਿ ਨਹੀਂ। ਸੋ ਇਸ ਤਰੀਕੇ ਦੇ ਨਾਲ ਅਸੀਂ ਕਈ ਵਾਰੀ ਇਸ ਚਾਂਸੇ 'ਚ ਆ ਜਾਂਦੇ ਹਾਂ ਅਤੇ ਆਪਣੀ ਨਿੱਜੀ ਜਾਣਕਾਰੀ ਇਹੋ ਜਿਹੇ ਲੋਕਾਂ ਨਾਲ ਸ਼ੇਅਰ ਕਰ ਲੈਂਦੇ ਹਾਂ ਜਿਹਦੇ ਨਾਲ ਸਾਨੂੰ ਬਾਅਦ 'ਚ ਬਹੁਤ ਜ਼ਿਆਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਨੈਕਸਟ ਹੈਗਾ ਹੈ ਕਿ ਫਾਲਤੂ ਮੇਲਸ ਵੀ ਬਹੁਤ ਜ਼ਿਆਦਾ ਆਉਂਦੀਆਂ, ਜਿਹੜੀਆਂ ਸਪੈਮ ਮੇਲਸ ਹੁੰਦੀਆਂ, ਅਨਵਾਂਟਿਡ ਮੇਲਸ ਬਲਕ ਦੇ ਵਿੱਚ ਸਾਡੇ ਕੋਲ ਆ ਜਾਂਦੀਆਂ, ਅਸੀਂ ਉਸਨੂੰ ਰਿਸੀਵ ਕਰ ਲੈਂਦੇ ਹਾਂ ਜਿਹਦੇ ਨਾਲ ਸਾਡਾ ਇਨਬਾਕਸ ਫਿਲ ਹੋ ਜਾਂਦਾ ਹੈ। ਇੰਪੋਰਟੈਂਟ ਮੇਲਸ ਪਿੱਛੇ ਚਲੇ ਜਾਂਦੀਆਂ ਅਤੇ ਜਦੋਂ ਸਾਨੂੰ ਜ਼ਰੂਰਤ ਹੁੰਦੀ ਹੈ ਮੇਲ ਲੱਭਣ ਦੀ ਜਿਹੜੀ ਸਾਡੇ ਲਈ ਇੰਪੋਰਟੈਂਟ ਹੁੰਦੀ ਹੈ ਅਤੇ ਉਹ ਇਹਨਾਂ ਮੇਲਸ ਦਾ ਕਰਕੇ ਕਾਫੀ ਪਿੱਛੇ ਚਲੇ ਜਾਂਦੀ ਹੈ। ਨੈਕਸਟ ਇਜ਼ ਕਿ ਕਦੇ ਕਦੇ ਮਿਸਅੰਡਰਸਟੈਂਡਿੰਗ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ। ਸੋ ਵੇਖੋ, ਓਬਵੀਅਸਲੀ ਜਿਹੜਾ ਰਿਟਨ ਤਰੀਕਾ ਹੈਗਾ ਹੈ ਮੇਲ, ਇਸ ਦੇ ਵਿੱਚ ਕਿਉਂਕਿ ਅਸੀਂ ਰਾਈਟਿੰਗ ਦੇ ਵਿੱਚ ਮੈਸੇਜ ਭੇਜਦੇ ਹਾਂ ਅਤੇ ਇਹਦੇ ਨਾਲ ਹਮੇਸ਼ਾ ਹੀ ਕੋਈ ਨਾ ਕੋਈ ਮਿਸਅੰਡਰਸਟੈਂਡਿੰਗ ਕ੍ਰੀਏਟ ਹੋ ਸਕਦੀ ਹੈ ਕੰਪੈਰੇਟਿਵ ਕਿ ਜਿਹੜੀ ਅਸੀਂ ਗੱਲਬਾਤ ਫੋਨ 'ਤੇ ਜਾਂ ਫੇਸ ਟੂ ਫੇਸ ਕਾਂਟੈਕਟ ਦੇ ਨਾਲ ਕਰਦੇ ਹਾਂ, ਉਹਦੇ ਮੁਕਾਬਲੇ ਇਹਦੇ ਵਿੱਚ ਮਿਸਅੰਡਰਸਟੈਂਡਿੰਗ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਆ। ਸੋ ਨੈਕਸਟ ਹੁਣ ਅਸੀਂ ਸਟੱਡੀ ਕਰਦੇ ਹਾਂ ਕਿ ਅਨਾਟਮੀ ਆਫ ਐਨ ਈਮੇਲ। ਅਨਾਟਮੀ ਅਸੀਂ ਕਹਿੰਦੇ ਹਾਂ ਕਿ ਹਿੱਸੇ, ਇੱਕ ਈਮੇਲ ਦੇ ਕੀ ਹਿੱਸੇ ਹੁੰਦੇ ਆ। ਦੇਖੋ, ਮੈਂ ਇੱਥੇ ਸਟਾਰਟਿੰਗ 'ਚ ਇੱਕ ਡਾਇਗਰਾਮ ਜਿਹੜੀ ਹੈਗੀ ਆ ਉਹ ਲਗਾਈ ਹੈਗੀ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਫਰੋਮ, ਠੀਕ ਹੈ, ਉਹਦੇ ਵਿੱਚ ਇੱਕ ਈਮੇਲ ਐਡਰੈਸ ਲਿਖਿਆ ਹੋਇਆ ਹੈ, ਮੇਰਾ ਈਮੇਲ ਐਡਰੈਸ ਲਿਖਿਆ ਹੋਇਆ ਹੈ। ਉਸ ਤੋਂ ਨੀਚੇ ਟੂ, ਦੈਨ CC, BCC, ਸਬਜੈਕਟ ਅਤੇ ਨੀਚੇ ਹੈਗਾ ਕੰਪੋਜ਼ ਮੇਲ। ਇਹਦੇ ਵਿੱਚ ਅਸੀਂ ਮੇਨ ਬਾਡੀ ਲਿਖਦੇ ਹਾਂ ਮੈਸੇਜ ਦੀ। ਉੱਪਰ ਤੁਸੀਂ ਦੇਖੋ ਦੋ ਬਟਨ ਹੈਗੇ ਆ, ਠੀਕ ਹੈ। ਇੱਕ ਬਟਨ ਅਟੈਚਮੈਂਟ ਦਾ ਹੈ, ਉਸ ਤੋਂ ਅਗਲਾ ਬਟਨ ਜਿਹੜਾ ਉਹ ਸੈਂਡ ਦਾ ਬਟਨ ਹੈ। ਸੋ ਇਹ ਕੁਛ ਮੇਨ ਪਾਰਟਸ ਹੈਗੇ ਆ ਈਮੇਲ ਦੇ। ਇਹਨਾਂ ਦਾ ਅਲੱਗ-ਅਲੱਗ ਫੰਕਸ਼ਨ ਹੈ ਹਰ ਇੱਕ ਪਾਰਟ ਦਾ। ਆਓ ਇਸ ਨੂੰ ਸਟੱਡੀ ਕਰਦੇ ਹਾਂ ਕਿ ਇਸ ਦੇ ਵਿੱਚ ਕੀ ਹੈ। ਸਭ ਤੋਂ ਪਹਿਲਾਂ ਜਿਹੜਾ ਫਰੋਮ ਹੁੰਦਾ ਹੈ ਨਾ, ਫਰੋਮ ਦੇ ਵਿੱਚ ਅਸੀਂ ਜਿਵੇਂ ਮੇਰੀ ਐਡਰੈਸ ਉਹਦੇ ਵਿੱਚ ਲਿਖਿਆ ਹੋਇਆ ਸੀਗਾ, ਜਿਹਨੇ ਵੀ ਮੇਲ ਭੇਜਣੀ ਹੈ ਉਸ ਦਾ ਐਡਰੈਸ ਇਹਦੇ ਵਿੱਚ ਲਿਖਿਆ ਹੁੰਦਾ ਹੈ, ਠੀਕ ਹੈ। ਜ਼ਿਆਦਾਤਰ ਤਾਂ ਇਹ ਪਤਾ ਲਿਖਿਆ ਹੀ ਆਉਂਦਾ ਹੈ। ਜੇ ਸਾਡੇ ਫੋਨ 'ਚ ਫੀਡ ਹੈ
ਜਾਂ PC 'ਚ ਹੈਗੀ ਆ ਮੇਲ, ਅਸੀਂ ਸਾਈਨ ਇਨ ਕੀਤਾ ਹੈ, ਸਾਡਾ ਫਰੋਮ ਵੱਲੋਂ ਮਤਲਬ ਕਿ ਇਹ ਲਿਖਿਆ ਹੀ ਆਉਂਦਾ ਹੈ। बस जे साढ़े कोल ज़्यादा मेल है, एक तो ज़्यादा मेल्स आ, फिर वो तुहानू शो कर दिंदा है कि तुसी अपनी मेल सिलेक्ट कर लो कि तुसी किहड़ी मेल तो अपनी मेल सेंड करनी है। नैक्सट हैगा टू दे विच असी सेंडर का पता रिसीवर का पता लिखते हैं, जिसनों असी मेल भेजना चाहते हैं, जिसने इस मेल नू प्राप्त करना है। उस तो अगे हैगा CC, इस दी फुल फॉर्म हुंदी है कार्बन कॉपी। ठीक है, इस दे विच असी जिहड़ा साडा प्राइमरी रिसीपिएंट है, जिसका नाम असी 2 वाले कॉलम दे विच लिखते हैं, उस तो अलावा जे असी किसी होर नू भी मेल भेजनी है तो उसका नाम असी इहदे विच लिख सकते हैं। ठीक है, सो प्राइमरी रिसीपिएंट तो अलावा जे असी किसी नू मेल भेजनी है तो उसनू असी CC वाले कॉलम च लिखांगे। नैक्सट हैगा BCC, इसकी फुल फॉर्म है ब्लाइंड कार्बन कॉपी। कई बार पेपर च 1 मार्क्स का क्वेश्चन भी आ जाता है कि CC की फुल फॉर्म की है या BCC की फुल फॉर्म की है। सो यू कैन राइट CC मीनस कार्बन कॉपी, BCC मीनस ब्लाइंड कार्बन कॉपी। BCC विच की हुंदा है मेनली, परपस इहदा भी सेम है कि प्राइमरी रिसीपेंट तो अलावा जिहड़े होर कोई जिसनों असी ये मेल भेजना चाहुंदे हां उसका नाम असी इहदे विच लिखदे हां, एड्रैस लिखदे हां उहदे विच सॉरी, बट BCC दे विच असी जिसका भी नाम लिखते हैं उन्होंने आइडेंटिटी लुकी रहिंदी है। मतलब प्राइमरी रिसीपिएंट नूं नहीं पता लगता कि मेरे तो अलावा ये मेल होर किसनूं सेंड हुई है। सो ये थोड़ा कॉन्फिडेंशियल हुंदा है। नैक्सट हैगा सबजैक्ट। सबजैक्ट जिहड़ा है वो कह लो कि साडी मेल दा मेन पार्ट हैगा है। इस दे बेस ते ही असी मेल नूं डिफाइन करते हैं। जो रिसीपिएंट जिहड़ा है उसके कोल साडी मेल जाती तो सब तो पहला उसनूं यही चीज़ नज़र आउंदी, सबजैक्ट ही नज़र आउंदा है। सबजैक्ट नूं वेख के ही फिर वो डिसाइड करता है कि उसने इस मेल नूं पढ़ना है या नहीं पढ़ना है। इस तो अगला जिहड़ा पार्ट हैगा दैट इज़ बॉडी। बॉडी दे विच मेन मैसेज लिखिया हुंदा है ईमेल दा, जो भी इसदा करके इसे करके ही सारी मेल की रचना की हुंदी है। सो मेन मैसेज जिन्ना मर्जी वड्डा हो सकता है। सबजैक्ट जिहड़ा हुंदा उसी छोटा लिखते हैं, ब्रीफ दे विच लिखते हैं, बट जिहड़ी बॉडी है उस दे विच असी जो मर्जी लेंथ रख सकते हैं। इस दे विच कोई भी कह लो कि इस तरीके का नहीं है कि इसके कुछ लिमिटेड वर्ड्स होने चाहिए। नैक्सट हैगा सेंड बटन। सेंड बटन जिहड़ा हैगा है इस बटन की वरतों नाल असी मैसेज लिखण तो बाद ईमेल भेज सकते हैं। ठीक है, जो मेल लिख ली है सारा काम असी कंप्लीट कर लिया, उस तो बाद जो असी मेल सेंड करनी है तो फिर असी सेंड बटन नूं प्रेस करांगे। इस तो बाद हैगा अटैचमेंट साइन। ठीक है, अटैचमेंट साइन में तुहानूं दस्सिया कि उपर जिहड़ा साइन बनिया सी इसनूं असी जदों क्लिक करते हैं किसी भी तरह की जिहड़ी फाइल हैगी आ ऑडियो वीडियो या कोई भी डॉक्यूमेंट है वो असी सेंड करने वास्ते इस बटन नूं क्लिक करते हैं तो फाइल नाल अटैच हो जाती है तो मेल दे नाल सेंड हो जाती है। हुण अगला जिहड़ा टॉपिक थोड़ा अलग हैगा, वैसे मैं इसे वीडियो च इंक्लूड किया है, वो हैगा ओपनिंग एन ईमेल अकाउंट। असी ईमेल अकाउंट जो ओपन करना है, बनाना है नवा, ਉਹਦੇ वास्ते की स्टैप्स आ। स्टैप्स मैं ये लिखे आ। स्टैप्स तो बाद इसका प्रैक्टिकल भी मैं तुहानूं ये वीडियो दसूँगी तो तुहानूं ज़्यादा समझ लग जूगी। प्रैक्टिकल वेखण तो बाद एक बार स्टैप्स फॉलो जिहड़े भी लिखे आ उन्होंने तुसीं फॉलो कर लो। पहला हैगा है क्लिक ऑन साइन अप बटन। साइन अप बटन जिहड़ा हैगा उसनूं असीं क्लिक करांगे। उस तो बाद फील्ड्स आ जाणगियां साडे कोल, नेम, जेंडर, डेट ऑफ बर्थ, प्लेस, ठीक है, मोबाइल नंबर, जो भी इंस्ट्रक्शन उन्होंने पूछिया होणगियां असीं इहदे विच फिल कर दांगे। उस तो बाद असीं करांगे टाइप योर डिजायर्ड ईमेल एड्रैस। जो असीं एड्रैस रखना चाहुंदे हां उसनूं असीं इहदे विच फिल करांगे। कई वारी ते जिहड़ा एड्रैस असीं डिमांड करदे हां वो अवेलेबल नहीं हुंदा ते उस तो बाद वो सानूं ऑप्शनस दे दिंदे आ कि तुसीं इह वाला एड्रैस रख लो। सो इस तरीके दे नाल असीं इसनूं स्टैप नूं फॉलो करांगे। नैक्सट हैगा है सिलैक्ट योर सिक्योरिटी क्वेश्चन एंड टाइप इन योर आंसर। कोई सिक्योरिटी क्वेश्चन असीं सिलैक्ट करांगे, उसका आंसर असीं इहदे विच लिखांगे। ये जिहड़ा सिक्योरिटी क्वेश्चन हुंदा इसका परपस हुंदा है कि कई बारी जदों साडे कोलों मेल या सानूं भुल जाती है या पासवर्ड भुल जाता है तो असीं उसनूं रिकवर करना होवे तो असीं सिक्योरिटी क्वेश्चन की मदद दे नाल इसनूं रिकवर कर सकते हैं। दैन वेरीफाई द रजिस्ट्रेशन बाय टाइपिंग द कैप्चा कोड। सॉरी, कैप्चा लिखना सी गलत लिखा गया, कैप्चर CAPTCHA कैप्चा। कैप्चा कोड जिहड़ा उत्थे दिता हुंदा है, कई बार उत्थे लिखिया हुंदा आई एम नॉट रोबोट, इस करके प्रूफ करन लई हुंदा है कि असी ह्यूमन बीइंग हैगे आ।
ਉਹ ਕੋਡ ਨੂੰ ਵੇਖ ਕੇ ਅਸੀਂ ਉਹਦੇ ਵਿੱਚ ਫੀਡ ਕਰ ਦਾਂਗੇ, ਫਿਰ ਅਸੈਪਟ ਬਟਨ ਤੇ ਪ੍ਰੈਸ ਕਰ ਦਾਂਗੇ ਤੇ ਫਿਰ ਇੱਕ OTP ਆਊਗਾ ਸਾਡੇ ਮੋਬਾਈਲ ਤੇ, ਜਿਹੜਾ ਅਸੀਂ ਮੋਬਾਈਲ ਇਹਦੇ ਵਿੱਚ ਫੀਡ ਕੀਤਾ ਹੈ ਨੰਬਰ, ਤੇ OTP ਫਿਲ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਪ੍ਰੈਸ ਕਰ ਦਾਂਗੇ ਓਕੇ ਬਟਨ ਨੂੰ, ਤੇ ਇਹਦੇ ਨਾਲ ਸਾਡੀ ਜਿਹੜੀ ਮੇਲ ਹੈ ਉਹ ਕ੍ਰੀਏਟ ਹੋ ਜਾਊਗੀ ਤੇ ਇੱਕ ਵੈਲਕਮ ਮੈਸੇਜ ਸਾਡੀ ਮੇਲ ਤੇ ਆ ਜਾਊਗਾ। ਸੋ ਮੇਲ ਕ੍ਰੀਏਟ ਕਰਨ ਵਾਸਤੇ ਸਾਡੇ ਕੋਲ 3 ਚੀਜ਼ਾਂ ਬਹੁਤ ਜ਼ਰੂਰੀ ਸੀਗੀਆਂ। ਪਹਿਲਾ ਸੀਗਾ ਯੂਜ਼ਰ ਨੇਮ, ਜਿਹੜਾ ਅਸੀਂ ਫੀਡ ਕੀਤਾ, ਜੋ ਵੀ ਅਸੀਂ ਆਪਣੀ ਮੇਲ ਦਾ ਐਡਰੈਸ ਰੱਖਣਾ ਚਾਹੁੰਦੇ ਆ, ਯੂਜ਼ਰ ਨੇਮ ਉਸਨੂੰ ਕਹਿੰਦੇ ਆ। ਸੈਕਿੰਡ ਹੈਗਾ ਡੋਮੇਨ ਨੇਮ। ਡੋਮੇਨ ਨੇਮ ਵੇਖੋ ਜਿਹੜੀ ਮੇਲ ਅਸੀਂ ਬਣਾ ਰਹੇ ਹਾਂ, ਜਿਵੇਂ gmail.com ਜਾਂ yahoo.com, ਠੀਕ ਹੈ, ਜਿਹੜੇ ਵੀ ਡੋਮੇਨ ਤੇ ਅਸੀਂ ਮੇਲ ਬਣਾ ਰਹੇ ਹਾਂ ਉਹ ਵੀ ਇਹਦੇ ਵਿੱਚ ਬਹੁਤ ਜ਼ਰੂਰੀ ਹੈ। ਐਂਡ ਦ ਮੇਨ ਥਿੰਗ ਇਜ਼ ਯੋਰ ਪਾਸਵਰਡ। ਪਾਸਵਰਡ ਤੁਹਾਡਾ ਕੌਨਫੀਡੈਂਸ਼ੀਅਲ ਹੋਣਾ ਚਾਹੀਦਾ ਹੈ, ਤੁਸੀਂ ਕਿਸੇ ਨਾਲ ਉਸਨੂੰ ਸ਼ੇਅਰ ਨਹੀਂ ਕਰਨਾ, ਕਿਉਂਕਿ ਜਦੋਂ ਤੁਸੀਂ ਪਾਸਵਰਡ ਕਿਸੇ ਨਾਲ ਸ਼ੇਅਰ ਕਰ ਲੈਂਦੇ ਹੋ ਹੀ ਔਰ ਸ਼ੀ ਕੈਨ ਯੂਜ਼ ਯੋਰ ਈਮੇਲ। ਸੋ ਕੁਛ ਮੈਂ ਡੋਮੇਨ ਨੇਮ ਦੀਆਂ ਐਗਜ਼ਾਮਪਲਸ ਲਿਖੀਆਂ ਹੈ, ਲਾਈਕ yahoo.com, hotmail.com, rediffmail.com, gmail.com, msn.com, ਇਹ ਸਾਰੇ ਡੋਮੇਨ ਨੇਮ ਆ। ਇਹਨਾਂ ਦੇ ਨਾਲ ਅਸੀਂ ਆਪਣੀਆਂ ਮੇਲਸ ਜਿਹੜੀਆਂ ਉਹ ਕ੍ਰੀਏਟ ਕਰ ਸਕਦੇ ਹਾਂ। ਸੋ ਨਾਓ ਲੈਟਸ ਡੂ ਦ ਪ੍ਰੈਕਟੀਕਲ, ਕਿ ਅਸੀਂ ਜਿਹੜੀ ਮੇਲ ਹੈਗੀ ਆ ਉਸਨੂੰ ਕਿਵੇਂ ਕ੍ਰੀਏਟ ਕਰਨਾ ਹੈ। ਹਾਂਜੀ ਬੱਚਿਓ, ਦੇਖੋ ਇੱਥੇ ਮੇਰੇ ਕੋਲ ਹੋਮ ਪੇਜ ਖੁੱਲਿਆ ਹੋਇਆ ਹੈ ਗੂਗਲ ਦਾ। ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਕ੍ਰੀਏਟ ਜੀਮੇਲ ਜਾਂ ਜੀਮੇਲ ਕੁਛ ਵੀ ਟਾਈਪ ਕਰੂੰਗੀ, ਕ੍ਰੀਏਟ ਜੀਮੇਲ ਅਕਾਊਂਟ, ਠੀਕ ਹੈ। ਇਹਦੇ ਤੇ ਅਸੀਂ ਕਲਿੱਕ ਕਰ ਦਾਂਗੇ ਤੇ ਵੇਖੋ ਮੇਰੇ ਕੋਲ ਆ ਕ੍ਰੀਏਟ ਅ ਜੀਮੇਲ ਅਕਾਊਂਟ ਪਹਿਲੇ ਨੰਬਰ ਤੇ ਸ਼ੋ ਹੋ ਗਿਆ। ਇਸਨੂੰ ਮੈਂ ਟੱਚ ਕੀਤਾ ਹੈ, ਇੱਥੇ ਪ੍ਰੋਸੈਸਿੰਗ ਹੋ ਰਹੀ ਹੈ ਤੇ ਜਦੋਂ ਪ੍ਰੋਸੈਸਿੰਗ ਕੰਪਲੀਟ ਹੋਊਗੀ ਸਾਡੇ ਕੋਲ ਇੱਥੇ ਇੱਕ ਪੇਜ ਓਪਨ ਹੋ ਜਾਊਗਾ, ਜਿਸ ਦੀ ਮਦਦ ਦੇ ਨਾਲ ਅਸੀਂ ਆਪਣਾ ਜੀਮੇਲ ਅਕਾਊਂਟ ਬਣਾ ਸਕਦੇ ਹਾਂ, ਠੀਕ ਹੈ। ਵੇਖੋ ਆ ਪੇਜ ਮੇਰੇ ਕੋਲ ਸ਼ੋ ਹੋ ਗਿਆ ਹੈ, ਇੱਥੇ ਲਿਖਿਆ ਹੋਇਆ ਹੈ ਕ੍ਰੀਏਟ ਐਨ ਅਕਾਊਂਟ। ਇਸ ਨੂੰ ਪ੍ਰੈਸ ਕਰਨ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਇਸ ਟੈਬ ਦੇ ਵਿੱਚ ਪ੍ਰੋਸੈਸਿੰਗ ਹੋ ਰਹੀ ਹੈ। ਇਸ ਪੇਜ ਦੇ ਉੱਤੇ ਸਾਡੇ ਕੋਲ ਆ ਵੇਖੋ ਜਿਹੜਾ ਪੇਜ ਓਪਨ ਹੋਇਆ, ਇਹਦੇ ਵਿੱਚ ਅਸੀਂ ਫਸਟ ਨੇਮ ਲਿਖਣਾ ਹੈ, ਕੁਛ ਵੀ ਨੇਮ ਮੈਂ ਲਿਖ ਦਿੰਦੀ ਹਾਂ, ਆਪਣਾ ਨਾਮ ਹੀ ਲਿਖਣ ਲੱਗੀ ਹਾਂ ਮੈਂ, ਪਰਜਿੰਦਰ, ਠੀਕ ਹੈ। ਲਾਸਟ ਨੇਮ ਕੌਰ ਤੇ ਯੂਜ਼ਰ ਨੇਮ ਕੁਛ ਵੀ ਅਸੀਂ ਰੱਖਾਂਗੇ, ਪਰਜਿੰਦਰ, ਠੀਕ ਹੈ। ਮੈਂ 4444 ਲਿਖ ਦੇਣ ਲੱਗੀ ਹਾਂ, ਠੀਕ ਹੈ। ਇਸ ਤੋਂ ਬਾਅਦ ਇੱਥੇ ਮੈਂ ਆਪਣਾ ਪਾਸਵਰਡ ਜੋ ਵੀ ਮੈਂ ਰੱਖਣਾ ਚਾਹੁੰਦੀ ਹਾਂ ਲਿਖ ਦਿੱਤਾ। ਜੋ ਪਾਸਵਰਡ ਲਿਖਿਆ ਉਸਨੂੰ 2 ਵਾਰ ਟਾਈਪ ਕਰਨਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਨੈਕਸਟ ਨੂੰ ਪ੍ਰੈਸ ਕਰ ਦਾਂਗੇ, ਠੀਕ ਹੈ। ਪਾਸਵਰਡ ਉਸਨੇ ਕਹਿ ਦਿਆ ਕਿ ਥੋੜ੍ਹਾ ਛੋਟਾ ਹੈ ਤੇ ਜ਼ਿਆਦਾ ਅਕਸ਼ਰ ਇਹਦੇ ਵਿੱਚ ਹੋਣੇ ਚਾਹੀਦੇ ਆ। ਮੈਂ ਦੁਬਾਰਾ ਟਾਈਪ ਕਰਨ ਲੱਗੀ ਹਾਂ, ਕਨਫਰਮ ਵਾਲੇ 'ਚ ਵੀ ਦੁਬਾਰਾ। ਇਸ ਤੋਂ ਬਾਅਦ ਨੈਕਸਟ 'ਤੇ ਪ੍ਰੈਸ ਕਰਾਂਗੇ ਤੇ ਹੁਣ ਇਹ ਅੱਗੇ ਪ੍ਰੋਸੈਸਿੰਗ ਹੋ ਰਹੀ ਹੈ। ਇਸ ਤਰੀਕੇ ਦੇ ਨਾਲ ਅਸੀਂ ਆਪਣਾ ਜੀਮੇਲ ਅਕਾਊਂਟ ਜਿਹੜਾ ਹੈ ਉਸ ਦੀ ਕ੍ਰੀਏਸ਼ਨ ਕਰ ਸਕਦੇ ਹਾਂ। ਹੁਣ ਦੇਖੋ ਉਸਨੇ ਮੇਰੇ ਤੋਂ ਮੋਬਾਈਲ ਨੰਬਰ ਮੰਗਿਆ ਹੈ ਤੇ ਮੋਬਾਈਲ ਨੰਬਰ ਵਿੱਚ ਮੈਂ ਆਪਣਾ ਮੋਬਾਈਲ ਨੰਬਰ ਇਹਦੇ ਵਿੱਚ ਐਡ ਕਰੂੰਗੀ। ਰਿਕਵਰੀ ਈਮੇਲ ਐਡਰੈਸ ਕੋਈ ਵੀ ਅਸੀਂ ਲਿਖ ਸਕਦੇ ਹਾਂ, ਬਟ ਦਿਸ ਇਜ਼ ਆਪਸ਼ਨਲ, ਜੇ ਅਸੀਂ ਲਿਖਣਾ ਚਾਹੁੰਦੇ ਹਾਂ, ਨਹੀਂ ਤੇ ਕੋਈ ਜ਼ਰੂਰੀ ਨਹੀਂ ਹੈ, ਠੀਕ ਹੈ। ਸੋ ਦਿਸ ਇਜ਼ ਮਾਈ ਡੇਟ ਆਫ ਬਰਥ, ਇੱਥੇ ਮੈਂ ਐਡ ਕਰ ਦੂੰਗੀ 31 ਅਕਤੂਬਰ 1986, ਠੀਕ ਹੈ। ਜੈਂਡਰ ਫੀਮੇਲ। ਸੋ ਨੈਕਸਟ ਇਸ ਤੋਂ ਬਾਅਦ ਦੇ ਵਿੱਚ ਵੈਰੀਫਾਈ ਕਰਨ ਵਾਸਤੇ ਉਸਨੇ ਮੈਨੂੰ ਪੁੱਛਿਆ ਹੈਗਾ ਹੈ ਤੇ ਇਸ ਮੈਸੇਜ ਦੇ ਉੱਤੇ OTP ਆਊਗਾ, ਇਸ ਨੂੰ ਮੈਂ ਸੈਂਡ ਕਰੂੰਗੀ। ਸੈਂਡ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ OTP ਹੈ ਵੇਖੋ ਮੇਰੇ ਫੋਨ 'ਤੇ ਆ ਚੁੱਕਿਆ ਹੈ ਤੇ ਉਹ ਮੈਨੂੰ ਪੁੱਛ ਰਿਹਾ ਕਿ ਵੈਰੀਫਿਕੇਸ਼ਨ ਕੋਡ ਜਿਹੜਾ ਹੈਗਾ ਹੈ ਉਸ ਨੂੰ ਸੈਂਡ ਕਰੋ। ਵੈਰੀਫਿਕੇਸ਼ਨ ਕੋਡ ਆਇਆ ਹੈ 847553। ਇਸ ਨੂੰ ਸੈਂਡ ਕਰਨ ਤੋਂ ਬਾਅਦ ਮੈਂ ਵੈਰੀਫਾਈ ਕਰ ਦਿੱਤਾ ਤੇ ਇਸ ਤੋਂ ਬਾਅਦ ਦੇ ਵਿੱਚ ਯੈਸ ਆਈ ਐਮ ਇਨ। ਸੋ ਮੇਰਾ ਅਕਾਊਂਟ ਹੁਣ ਕ੍ਰੀਏਟ ਹੋ ਚੁੱਕਿਆ ਹੈ, ਠੀਕ ਹੈ। ਇਸ ਤੋਂ ਬਾਅਦ ਇਹ ਜਿਹੜੀ ਉਸਨੇ ਪ੍ਰਾਈਵੇਸੀ ਪੋਲਿਸੀ ਮੈਨੂੰ ਪੁੱਛੀ ਹੈ ਉਸਨੂੰ ਆਈ ਅਗਰੀ ਕਰਨ ਤੋਂ ਬਾਅਦ ਦੇ ਵਿੱਚ ਜੋ ਵੀ ਮੇਰੀ ਮੇਲ ਮੈਂ ਬਣਾਈ ਸੀਗੀ ਪਰਜਿੰਦਰ 4444 ਨਾਮ ਦੀ, ਉਹ ਕ੍ਰੀਏਟ ਹੋ ਚੁੱਕੀ ਹੈ। ਨਿਊ ਈਮੇਲ ਜਿਹੜੀ ਹੈਗੀ ਆ ਉਹ ਇਸਟੈਬਲਿਸ਼ ਹੋ ਚੁੱਕੀ ਹੈ। ਸੋ ਹੁਣ ਇਸ ਤੋਂ ਬਾਅਦ ਇਹ ਰੀਡਾਇਰੈਕਟ ਕਰ ਦੂਗਾ ਮੈਨੂੰ ਮੇਰੀ ਮੇਲ ਵੱਲ। ਵੇਖੋ ਇੱਥੇ ਆ ਗਿਆ ਵੈਲਕਮ ਪਰਜਿੰਦਰ ਕੌਰ। ਸੋ ਇਹ ਪ੍ਰੋਸੈਸ ਸੀਗਾ, ਇਸ ਦੇ ਨਾਲ ਅਸੀਂ ਆਪਣੀ ਮੇਲ ਕ੍ਰੀਏਟ ਕਰ ਸਕਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ
ਜਿਹੜਾ ਪ੍ਰੈਕਟੀਕਲ ਮੈਂ ਕਰਕੇ ਦਿਖਾਇਆ ਹੈ ਕਾफ़ी ਈਜ਼ੀ ਲੱਗਿਆ ਹੋਊਗਾ ਅਤੇ ਇੰਟਰਸਟਿੰਗ ਲੱਗਿਆ ਹੋਊਗਾ। ਸੋ ਇੱਥੇ ਅਸੀਂ ਇਸ ਨੂੰ ਕੁਛ ਵੀ ਆਪਣਾ ਪ੍ਰੋਫਾਈਲ ਪਿਕ ਵਗੈਰਾ ਵੀ ਚੇਂਜ ਕਰ ਸਕਦੇ ਹਾਂ, ਲਗਾ ਸਕਦੇ ਹਾਂ। ਵੇਖੋ ਅਪਲੋਡ ਫੋਟੋ ਦੀ ਆਪਸ਼ਨ ਆ ਰਹੀ ਹੈ, ਫੋਟੋ ਸਿਲੈਕਟ ਕਰਕੇ ਮੈਂ ਇਹਦੇ ਵਿੱਚ ਆਪਣੀ ਪ੍ਰੋਫਾਈਲ ਦੇ ਉੱਪਰ ਵੀ ਲਗਾ ਸਕਦੀ। ਠੀਕ ਹੈ, ਇਸ ਦੀ ਜ਼ਰੂਰਤ ਨਹੀਂ ਹੈ। ਅਤੇ ਥੈਂਕ ਯੂ ਸੋ ਮੱਚ।